Hello everyone. So today we are going to discuss the next chapter, that is Unit 3 Interview Skills. So what is interview skills? Interview is what basically interview ਕੀ ਹੁੰਦਾ ਹੈ ਕਿ ਆਪਾਂ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਪਰਸਨਸ ਕੀ ਇਹਦੇ ਵਿੱਚ ਐਟਲੀਸਟ ਦੋ ਪਰਸਨਸ ਦਾ ਚਾਹੀਦੇ ਨੇ ਜਿਹਦੇ ਵਿੱਚ ਕੁਐਸਚਨਸ ਪੁੱਛਦਾ ਹੈ ਇੰਟਰਵਿਊਅਰ, that is ER and ਇੰਟਰਵਿਊ ਉਹਦੇ ਆਨਸਰਸ ਦਿੰਦੇ, ਠੀਕ ਹੈ। ਸੋ ਇੰਟਰਵਿਊਅਰ ਵੀ ਜ਼ਿਆਦਾ ਹੋ ਸਕਦੇ ਆ ਜਾਂ ਕਈ ਵਾਰ ਇੰਟਰਵਿਊ ਜੋ ਆਨਸਰਸ ਦੇ ਰਹੇ ਉਹ ਵੀ ਜ਼ਿਆਦਾ ਹੋ ਸਕਦੇ। ਤਾਂ ਉਹਦੇ ਵਿੱਚ ਕੀ ਤੁਹਾਨੂੰ ਸਕਿੱਲਸ ਰਿਕੁਆਇਰਡ ਹੁੰਦੀਆਂ, ਤੁਸੀਂ ਕਿਵੇਂ ਆਨਸਰ ਕਰਨਾ ਹੈ, ਤੁਹਾਡਾ ਬੋਡੀ ਪੋਸਚਰ ਕਿਵੇਂ ਹੋਣਾ ਚਾਹੀਦਾ, ਜੈਸਚਰਸ ਕਿਵੇਂ ਹੋਣੇ ਚਾਹੀਦੇ ਹੈ, ਵੇ ਆਫ ਸਪੀਕਿੰਗ ਕਿਵੇਂ ਹੋਣੀ ਚਾਹੀਦੀ, ਤੁਸੀਂ ਕਿਵੇਂ ਆਈ ਕੰਟੈਕਟ ਰੱਖੋਗੇ, that we will study in this chapter. So first topic comes, what is introduction? ਕੀ ਹੁੰਦਾ ਕੀ ਹੈ interview? That is we all know कि in the process of selection and recruitment, that means ਆਪਾਂ ਜਦੋਂ किसी भी जॉब वगैरह से जानने हैं, ठीक है, या सिलेक्शन हो रही है या पर जस्ट अपनी एप्लीकेशन दित्तियां ने, सो इंटरव्यू जो है इट प्लेज एन इंपॉर्टेंट रोल। वी ऑल नो कि हर जगह ते ही इंटरव्यू होंदा ही होंदा, ठीक है। सो वी हैव टू फेस दिस इंटरव्यू। तो सिलेक्शन हो रही है या रिक्रूटमेंट वास्ते आप जा रहे हैं, किसी जॉब लिए अप्लाई किया है, सो वी हैव टू फेस दिस सिचुएशन, वी हैव टू फेस द इंटरव्यू। सो इंटरव्यू इज अ फॉर्मल मैकेनिज्म थ्रू विच the recruiters or the companies or the organization are able to find employees who are the most suitable to the jobs for which the interviews are held. So interview कहते हैं कि ऐसी चीज़ है, ऐसा फॉर्मल आपा एक प्लेटफॉर्म है ਜਿਹਦੇ ਵਿੱਚ ਆਪਾਂ जो कह रहे हैं कि जो कंपनीज ने जो ऑर्गेनाइजेशंस ने, ठीक है, वो ये अपने आप तो की कर सकते थ्रू इंटरव्यू ਉਹ ਇੰਪਲੋਈਜ਼ ਲੱਭ ਸਕਦੇ ਜੋ ਨੂੰ ਲੱਗਦਾ ਕਿ ਸਾਡੀ ਆਰਗੇਨਾਈਜੇਸ਼ਨ ਵਾਸਤੇ ਸਭ ਤੋਂ ਬੈਸਟ ਹੋਣਗੇ, ਠੀਕ ਹੈ। ਉਹਦੇ ਵਾਸਤੇ ਹੀ ਆਪਾਂ ਕੀ ਕਰਦੇ ਹਾਂ, ਇੱਕ ਇੰਟਰਵਿਊ ਹੈਲਡ ਕਰਦੇ ਹਾਂ। ਸੋ ਇੱਕ ਐਸਾ ਪਲੇਟਫਾਰਮ, ਐਸਾ ਮੈਕੈਨਿਜ਼ਮ ਜਿਹਦੇ ਵਿੱਚ ਸਾਨੂੰ ਜਿਸ ਪਰਸਨ ਦੀ ਰਿਕੁਆਇਰਮੈਂਟ ਹੈਗੀ ਹੈ, ਠੀਕ ਹੈ, ਉਹ ਸਾਨੂੰ ਪਰਸਨ ਥਰੂ ਇੰਟਰਵਿਊ ਮਿਲ ਜਾਂਦਾ ਹੈ। So next comes the meaning of interview. So what is interview? The term interview has been derived from the French word interviewer, that means to glimpse or to see each other. That means ਕੀ ਕਰ ਰਹੇ ਹਾਂ ਆਪਾਂ ਕਿ ਇੱਕ ਪਰਸਨ ਨੂੰ ਆਪਾਂ ਦੇਖ ਰਹੇ ਹਾਂ, ਗਲਿਮਸ ਮਤਲਬ ਇੱਕ ਦੂਜੇ ਨੂੰ ਆਪਾਂ ਦੇਖ ਰਹੇ ਹਾਂ। ਇੰਟਰਵਿਊ ਇੱਕ ਐਸੀ ਚੀਜ਼ ਹੈ, ਇੱਕ ਫ੍ਰੈਂਚ ਵਰਡ ਤੋਂ ਡਰਾਈਵ ਹੋਇਆ ਜਿਹਦਾ ਮਤਲਬ ਹੈ interviewer, that means to glimpse, that means ਝਲਕ ਦੇਖਣਾ, that means ਦੂਜੇ ਨੂੰ ਦੇਖਣਾ ਜਾਂ to see each other, that is your interview. So interview is a face to face interaction between two persons, ठीक है। ਆਪਾਂ ਕਹਿੰਦੇ ਇੰਟਰੈਕਸ਼ਨ ਹੋ ਰਹੀ ਦੋ ਪਰਸਨਸ ਦੇ ਵਿੱਚ, ਠੀਕ ਹੈ। that means ਇੱਕ ਇੰਟਰਵਿਊਅਰ ਹੋਏਗਾ, ਇੱਕ ਇੰਟਰਵਿਊਈ ਹੋਏਗੀ, ਠੀਕ ਹੈ। ਇੱਕ ਪਰਟੀਕੂਲਰ ਪਰਪਸ ਹੋਏਗਾ ਜਿਹਦੇ ਵਾਸਤੇ ਆਪਾਂ ਕੀ ਕਰ ਰਹੇ, ਇੰਟਰਵਿਊ ਕੰਡਕਟ ਕਰ ਰਹੇ। ਸੋ ਪਰਟੀਕੂਲਰ ਪਰਪਸ ਕੀ ਹੋਏਗਾ, ਜਾਂ ਤਾਂ ਮੈਂ ਇੰਪਲੋਈ ਦੀ ਸਿਲੈਕਸ਼ਨ ਕਰਨੀ ਹੈ ਉਹਦੇ ਵਾਸਤੇ, ਜਾਂ ਮੈਂ ਪਲੇਸਮੈਂਟ ਕਰ ਰਹੀ ਹਾਂ ਉਹਦੇ ਵਾਸਤੇ, that means किसी ने जॉब ਤੇ ਰੱਖਣਾ ਹੈ। ਅਪਰੇਜ਼ਲ, that means ਉਹਦੀ ਜॉब ਨੂੰ ਅਸੈਸ ਕਰਕੇ ਇਵੈਲੂਏਟ ਕਰਕੇ ਉਹਨੂੰ ਮੈਂ ਰੱਖਣੀ ਹੈ ਉਹਦੇ ਵਾਸਤੇ। ਕਾਉਂਸਲਿੰਗ ਕਰ ਰਹੀ ਹੈ, ਕਿਸੇ ਦੀ ਪ੍ਰੋਬਲਮ ਨੂੰ ਮੈਂ ਸੋਲਵ ਕਰ ਰਹੀ ਹਾਂ। ਸੋ ਇਸ ਰੀਜ਼ਨ ਕਰਕੇ ਕੀ ਕਰ ਰਹੀ ਹਾਂ, ਮੈਂ ਇੰਟਰਵਿਊ ਕੰਡਕਟ ਕੀਤਾ। ਸੋ ਇੱਕ ਪਰਟੀਕੂਲਰ ਪਰਪਸ, ਮੇਰਾ ਪਰਪਸ ਕੋਈ ਵੀ ਹੋ ਸਕਦਾ ਹੈ ਜਿਹਦੇ ਵਾਸਤੇ ਮੈਂ ਇੰਟਰਵਿਊ ਕਰ ਰਹੀ ਹਾਂ, that is your interview. So it means meeting for obtaining information by questioning a person or person. So ਇਹਦੇ ਵਿੱਚ ਕੀ ਕਰਦੇ ਹਾਂ ਆਪਾਂ, ਪਰਸਨ ਨੂੰ ਮੀਟ ਕਰ ਰਹੇ, ਇਨਫੋਰਮੇਸ਼ਨ ਗੈਦਰ ਕਰ ਰਹੇ, obtain ਕਰ ਰਹੇ, ਕਿਸੇ ਨੂੰ ਕੁਐਸਚਨਸ ਪੁੱਛ ਕੇ, ਗਰੁੱਪ ਆਫ ਪਰਸਨਸ ਨੂੰ ਪੁੱਛ ਕੇ, ਇਕੱਲੇ ਇੰਡੀਵਿਜੂਅਲ ਨੂੰ ਪੁੱਛ ਕੇ ਆਪਾਂ ਕੁਐਸਚਨਸ ਪੁੱਟ ਕਰ ਰਹੇ ਹਾਂ। ਸੋ ਇਨ ਦਿਸ ਵੇ interview is a classic example of communication that take place through the process by which meanings are exchanged between people through the use of a common set of symbols. So ਕਹਿੰਦੇ ਕਿ ਕਿਸੇ ਚੀਜ਼ ਵਾਸਤੇ ਆਪਾਂ ਕੋਈ ਵੀ ਆਪਣੀ ਇਨਫੋਰਮੇਸ਼ਨ ਐਕਸਚੇਂਜ ਕਰ ਰਹੇ ਹਾਂ, ਠੀਕ ਹੈ, ਕਾਮਨ ਸੈਟ ਆਫ ਸਿੰਬਲਸ ਦਾ ਯੂਜ਼ ਕਰਕੇ ਆਪਾਂ ਇੱਕ ਕਮਿਊਨੀਕੇਸ਼ਨ ਕਰ ਰਹੇ ਹਾਂ, ਆਪਣੀ ਇੰਟਰਵਿਊ ਫੇਸ ਕਰ ਰਹੇ। ਸੋ ਨੈਕਸਟ ਕਮਸ ਦ ਡੈਫੀਨੇਸ਼ਨ ਆਫ ਇੰਟਰਵਿਊ ਅਕੋਰਡਿੰਗ ਟੂ ਦੀ ਆਕਸਫੋਰਡ ਐਡਵਾਂਸ ਲਰਨਰਸ ਡਿਕਸ਼ਨਰੀ ਦੇ ਵਿੱਚ ਕਿ ਸਾਨੂੰ ਇੱਕ ਡੈਫੀਨੇਸ਼ਨ ਪ੍ਰੋਵਾਈਡ ਕਰ ਰਿਹਾ ਕੀ ਹੁੰਦਾ ਹੈ। ਐਂਡ ਇੰਟਰਵਿਊ ਇਜ਼ ਅ ਕਨਵਰਸੇਸ਼ਨ ਬਿਟਵੀਨ ਟੂ ਔਰ ਮੋਰ ਪੀਪਲ, ਦੈਟ ਇਜ਼ ਅ ਇੰਟਰਵਿਊਅਰ। ਇੰਟਰਵਿਊ ਉਹ ਹੁੰਦਾ ਹੈ ਜੋ ਤੁਹਾਨੂੰ ਕੁਐਸਚਨ ਪੁੱਛ ਰਿਹਾ ਹੈ, ਲਾਸਟ ਵਿੱਚ ਆਉਂਦੇ ER, that is जो क्वेश्चन पूछ रहा है, एंड इंटरव्यूई that is जो क्वेश्चन आंसर करेगा उन्हें पर इंटरव्यूई बोलते हैं। सो वेयर क्वेश्चंस आर आस्क्ड बाय द इंटरव्यूअर टू obtain information from the interview, that means ਇਹਦੇ ਵਿੱਚ ਦੋ ਪਰਸਨਸ ਹੋਣਗੇ, ਘੱਟੋ ਘੱਟ ਦੋ ਪਰਸਨਸ ਤਾਂ ਹੋਣਗੇ ਹੀ ਹੋਣਗੇ, ਠੀਕ ਹੈ, ਦੋ ਜਾਂ ਦੋ ਤੋਂ ਬਾਅਦ, ਜਿਹਦੇ ਵਿੱਚ ਇੰਟਰਵਿਊਅਰ ਤੇ ਇੰਟਰਵਿਊਈ ਦੋ ਪਰਸਨਸ ਹੁੰਦੇ ਆ। ਇੰਟਰਵਿਊਅਰ ਉਹ ਹੁੰਦਾ ਜੋ ਤੁਹਾਨੂੰ ਕੁਐਸਚਨਸ ਪੁੱਟ ਕਰ ਰਿਹਾ ਹੈ, ਐਂਡ ਇੰਟਰਵਿਊ ਉਹ ਹੋਏਗਾ ਜੋ ਤੁਹਾਨੂੰ ਆਨਸਰਸ ਦੇ ਰਿਹਾ ਹੈ। ਸੋ that is your interview है, that is a definition given by Oxford Advanced Learners Dictionary, ठीक है। सो नेक्स्ट कम्स नेचर। नेचर ਵਿੱਚ ਇਹੀ ਆਏਗਾ ਕਿ ਇਹਦੇ ਵਿੱਚ ਕੀ ਹੁੰਦਾ ਹੈ, ਇੰਟਰਵਿਊ ਹੁੰਦਾ ਕਿ ਇਹਦੇ ਵਿੱਚ ਦੋ ਜਾਂ ਦੋ ਵੱਧ ਪਰਸਨਸ ਕਰ ਰਹੇ, ਠੀਕ ਹੈ। ਆਪਾਂ ਹੋਰ ਕੀ ਇਹਦੇ ਵਿੱਚ ਆਪਾਂ ਵਾਈਡ ਬਿਜ਼ਨਸ ਵਿੱਚ ਆਪਾਂ ਇੰਟਰਵਿਊ ਕੰਡਕਟ ਕਰਦੇ ਹਾਂ, we can write this in points, ठीक है। ਇਹ ਹੋ ਸਕਦਾ ਹੈ। ਦੂਸਰਾ ਆਪਾਂ ਜੌਬ ਓਪਰਚੁਨਿਟੀ, ਜੌਬ ਐਪਲੀਕੈਂਟਸ ਨੂੰ ਆਪਾਂ ਹਾਇਰ ਕਰਦੇ ਹਾਂ ਥਰੂ ਇੰਟਰਵਿਊ, ਠੀਕ ਹੈ। ਸਾਡਾ ਪਰਪਸ ਕੁਝ ਵੀ ਹੋ ਸਕਦਾ ਇੰਟਰਵਿਊ ਵਾਸਤੇ, ਠੀਕ ਹੈ। ਇਟ ਕੈਨ ਬੀ ਆਪਾਂ ਪਰਸਨ ਨੂੰ ਕੀ ਕਰਨਾ ਹੈ,
सिलेक्शन कर रहे हैं या प्लेसमेंट कर रहे हैं या अप्रेजल कर रहे हैं, काउंसलिंग कर रहे हैं, प्रॉब्लम सॉल्व कर रहे हैं, ये भी थोड़ा नीचे विच पॉइंट इंक्लूड हो सकता है। सो नेक्स्ट कम्स पर्पस, ठीक है, थोड़ा पर्पस के होल्डिंग इंटरव्यूअर्स थे, ठीक है, दैट मीन्स साढ़े 5 पर्पस ने। पहली चीज़ आ गई सिलेक्शन, दैट मीन्स कोई न्यू फ्रैशर थोड़ी ऑर्गेनाइजेशन विच आया है, ठीक है, ਉਹਨੂੰ ਕੀ ਕਰਨਾ ਆਪਾਂ ਉਹਦੇ ਵਾਸਤੇ ਆਪਾਂ ਇੰਟਰਵਿਊ ਕੰਡਕਟ ਕਰਦੇ, ਉਹਨੂੰ ਇਹ ਦੇਖਦੇ ਹਾਂ, ਉਹਨੂੰ ਅਸੈਸ ਕਰਦੇ ਹਾਂ ਕਿ ਉਹ ਤੁਹਾਡੀ ਜੌਬ ਲਈ ਇੰਟਰਸਟ ਅਗਰ ਹੈਗਾ ਹੈ ਤਾਂ ਉਹ ਇੰਨਾ ਅਸੈਸ ਉਹ ਹੈਗਾ, ਇੰਨਾ ਉਹਦੇ ਕੋਲ ਪੋਟੈਂਸ਼ੀਅਲ ਹੈ, ਇੰਨਾ ਕੈਪੇਬਲ ਹੈ ਕਿ ਤੁਹਾਡੀ ਆਰਗੇਨਾਈਜੇਸ਼ਨ ਲਈ ਉਹ ਸਿਲੈਕਟ ਹੋ ਜਾਏਗਾ। ਸੋ ਪਹਿਲੀ ਚੀਜ਼ ਆ ਗਈ ਆਪਾਂ ਸਿਲੈਕਸ਼ਨ ਵਾਸਤੇ ਕਰਦੇ ਹਾਂ ਇਹਨੂੰ, ਦੈਟ ਮੀਨਸ ਕੋਈ ਵੀ ਜੌਬ ਪਰਸਨ ਆ ਰਿਹਾ ਹੈ, ਕੋਈ ਨਿਊ ਪਰਸਨ ਜੌਬ ਵਾਸਤੇ ਅਪਲਾਈ ਕੀਤਾ ਹੈ ਤਾਂ ਉਹਦੇ ਵਾਸਤੇ ਆਪਾਂ ਇੰਟਰਵਿਊ ਪਰਪਸ ਤੁਹਾਡਾ ਇਹ ਹੈ ਕਿ ਆਪਾਂ ਇੰਟਰਵਿਊ ਕੰਡਕਟ ਕਰਦੇ ਹਾਂ। ਦੂਸਰਾ ਆਉਂਦਾ ਤੁਹਾਡਾ ਪ੍ਰਮੋਸ਼ਨ, ਦੈਟ ਮੀਨਸ ਇਫ ਯੂ ਆਰ ਪ੍ਰਮੋਟਿੰਗ ਦੀ ਪ੍ਰੈਜ਼ੈਂਟ ਕੈਂਡੀਡੇਟ, ਠੀਕ ਹੈ, ਉਹ ਆਰਗੇਨਾਈਜੇਸ਼ਨ 'ਚ ਕੰਮ ਕਰ ਰਹੇ, ਠੀਕ ਹੈ, ਉਹਨੂੰ ਆਪਾਂ ਪ੍ਰਮੋਟ ਕਰਨਾ ਹੈ ਤਾਂ ਉਸ ਵਾਸਤੇ ਵੀ ਆਪਾਂ ਕੀ ਕਰਦੇ ਹਾਂ ਇੰਟਰਵਿਊ ਕੰਡਕਟ ਕਰ ਲੈਂਦੇ ਹਾਂ। ਨੈਕਸਟ ਕਮਸ ਪਰਫਾਰਮੈਂਸ ਅਪਰੇਜ਼ਲ, ਦੈਟ ਮੀਨਸ ਅਪਰੇਜ਼ਲ ਕੀ ਹੁੰਦਾ ਹੈ ਕਿ ਅਗਰ ਉਹਨੇ ਸਟੈਂਡਰਡਸ ਟਾਈਮਲੀ ਅਚੀਵ ਕੀਤੇ ਹੈ, ਉਹਦੀ ਅਸੀਂ ਅਸੈਸਮੈਂਟ ਕੀਤੀ ਹੈ ਜੌਬ ਦੀ, ਠੀਕ ਹੈ, ਅਪਰੇਜ਼ਲ ਵਾਸਤੇ ਪਰਫਾਰਮੈਂਸ ਅਪਰੇਜ਼ ਕਰਨ ਵਾਸਤੇ ਵੀ ਆਪਾਂ ਕੀ ਕਰਦੇ ਇੰਟਰਵਿਊ ਕੰਡਕਟ ਕਰਦੇ, ਦੇਖਦੇ ਹਾਂ ਕਿ ਪਰਸਨ ਨੇ ਕਿੰਨਾ ਕੰਮ ਕੀਤਾ ਹੈ। ਨੈਕਸਟ ਐਗਜ਼ਿਟ ਇੰਟਰਵਿਊ, ਦੈਟ ਇਜ਼ ਜੋ ਪਰਸਨ ਆਰਗੇਨਾਈਜੇਸ਼ਨ ਛੋੜ ਕੇ ਜਾ ਰਿਹਾ ਉਹਦੇ ਵਾਸਤੇ ਆਪਾਂ ਇੰਟਰਵਿਊ ਕੰਡਕਟ ਕਰਦੇ ਹਾਂ, ਸੋ ਦੈਟ ਵੀ ਕੈਨ ਨੋ ਦ ਪਰਪਸ ਫॉर ਵਿਚ ਹੀ ਇਜ਼ ਰਿਜ਼ਾइनिंग फ्रॉम द ऑर्गेनाइजेशन, दैट मीन्स ਸਾਨੂੰ ਇਹ ਪਤਾ ਹੋਣਾ चाहिए रीज़न कि किस लिए, ठीक है, फॉर व्हाट रीज़न ऑर्गेनाइजेशन छोड़ के जा रहा है, वैदर इट इज़ हिज पर्सनल रीज़न ਜਾਂ ਇਹ ਆਰਗੇਨਾਈਜੇਸ਼ਨ ਦਾ ਕੋਈ ਰੀਜ਼ਨ ਸੀਗਾ ਜਿਹਦੇ ਕਰਕੇ ਉਹਨੇ ਆਰਗੇਨਾਈਜੇਸ਼ਨ ਛੋੜਨੀ ਪਈ। ਸੋ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਤੁਸੀਂ ਇੱਕ ਅੱਛਾ, ਅਗਰ ਤੁਹਾਡੀ ਆਰਗੇਨਾਈਜੇਸ਼ਨ ਰੀਜ਼ਨ ਹੈ ਦੈਟ ਮੀਨਸ ਤੁਸੀਂ ਤੁਹਾਡੇ ਲਈ ਅੱਛਾ ਹੈ ਕਿ ਫਰਦਰ ਜਾ ਕੇ ਤੁਹਾਡੇ ਕੋਈ ਟਰਨਓਵਰ ਜ਼ਿਆਦਾ ਨਾ ਹੋਣ ਔਰ ਮੋਰ ਓਵਰ ਤੁਹਾਡੇ ਤੁਸੀਂ ਇੱਕ ਅੱਛਾ ਵਰਕ ਇਨਵਾਇਰਨਮੈਂਟ ਆਪਣੀ ਆਰਗੇਨਾਈਜੇਸ਼ਨ ਵਿੱਚ ਕ੍ਰੀਏਟ ਕਰ ਪਾਓ। ਲਾਸਟ ਕਮਸ ਜੋ ਕਾਉਂਸਲਿੰਗ ਇਹੀ ਹੈ ਕਿ ਆਪਾਂ ਕਾਉਂਸਲਿੰਗ ਥਰੂ ਕਿਸੇ ਪਰਸਨ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ, ਕੋਈ ਹੋਰ ਰਿਕੁਐਸਟ ਜੋ ਫੀਡਬੈਕ ਉਹ ਪ੍ਰੋਵਾਈਡ ਡਾਟਾ ਮਿਲ ਸਕਦਾ, दैट इज़ योर काउंसलिंग, ठीक है, सपोज में काउंसलिंग करके आप अपनी डाटा ले रहे हैं, दैट इज़ योर पर्पस फॉर होल्डिंग योर इंटरव्यूअर्स, ठीक है। नेक्स्ट टॉपिक कम्स असेंशियल फीचर्स ऑफ इंटरव्यू, की फीचर्स ने असेंशियल इंटरव्यूज दे। पहला आएगा देयर इज़ अ डेफिनेट पर्पस, आप एक पर्पस दे होएगा तो ਜਿਹਦੇ ਵਾਸਤੇ ਆਪਾਂ ਇੰਟਰਵਿਊ ਕੰਡਕਟ ਕਰ ਰਹੇ ਹਾਂ, ਠੀਕ ਹੈ, ਸੋ ਉਹ ਪਰਪਸ ਕੀ ਹੈ ਐਂਡ ਇਟ ਇਜ਼ ਨੋਨ ਟੂ ਬੋਥ ਦ ਇੰਟਰਵਿਊ ਐਂਡ ਇੰਟਰਵਿਊਅਰ, ਦੈਟ ਮੀਨਸ ਉਹ ਕਹਿ ਰਹੇ ਸਰ ਡੈਫੀਨੇਟ ਪਰਪਸ, ਜੋ ਵੀ ਪਰਪਸ ਹੋਏਗਾ ਉਹ ਦੋਨਾਂ ਨੂੰ ਇੰਟਰਵਿਊਅਰ ਤੇ ਇੰਟਰਵਿਊ ਨੂੰ ਪਤਾ ਹੋਏਗਾ। ਨੈਕਸਟ ਬੋਥ ਦ ਪਾਰਟੀਜ਼ ਨੀਡ ਟੂ ਪ੍ਰਿਪੇਅਰ ਫॉर ਦੀ ਕਮਿਊਨੀਕੇਸ਼ਨ, ਕਹਿੰਦੇ ਜੋ ਵੀ ਦੋਨੋਂ ਪਾਰਟੀਜ਼ ਨੂੰ ਇੰਟਰਵਿਊਅਰ ਨੂੰ ਆਪਣੇ ਕੁਐਸਚਨ ਤਿਆਰ ਕਰਨੇ ਹੋਣਗੇ, ਉਹ ਕੁਐਸਚਨਸ ਤਿਆਰ ਕਰੇਗਾ ਤੇ ਇੰਟਰਵਿਊ ਨੂੰ ਕੀ ਆਰਗੇਨਾਈਜੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ, ਉਹ ਆਪਣੇ ਵੇ ਤੋਂ ਜਿਵੇਂ ਜਿਸ ਜੌਬ ਲਈ ਉਹਨੇ ਅਪਲਾਈ ਕੀਤਾ ਉਹ ਆਪਣੇ ਉਸ ਜੌਬ ਪ੍ਰੋਫਾਈਲ ਲਈ ਤਿਆਰ ਹੋ ਕੇ ਆਏਗਾ, ਉਹਨੂੰ ਇਨਫੋਰਮੇਸ਼ਨ ਪੜ੍ਹ ਕੇ ਆਏਗਾ ਉਹ ਕਿਸ ਚੀਜ਼ ਲਈ ਜੌਬ ਹੈ। ਨੈਕਸਟ ਆਲ ਇੰਟਰਵਿਊਜ਼ ਆਰ ਪ੍ਰੀ ਅਰੇਂਜ, ਦੈਟ ਮੀਨਸ ਸਾਨੂੰ ਪਤਾ ਹੋਏਗਾ ਕਿ ਕੀ ਹੋ ਸਕਦਾ ਹੈ, ਤੁਹਾਡੀ ਪ੍ਰੀ ਅਰੇਂਜ ਹੁੰਦਾ ਕਿ ਆਪਾਂ ਕਿੱਥੇ ਇੰਟਰਵਿਊ ਕੰਡਕਟ ਕਰਨਾ ਹੈ, ਇਹ ਸਾਰਾ ਕੁਝ ਪ੍ਰੀ ਅਰੇਂਜ ਹੋਏਗਾ। ਇੱਕ ਐਕਸੈਪਸ਼ਨ ਹੈ ਕਿ ਡਿਸਮਿਸਲ ਵੀ ਕਈ ਵਾਰ ਇੱਦਾਂ ਹੁੰਦਾ ਕਿ ਤੁਸੀਂ ਤੁਹਾਡੇ ਕੁਛ ਕੋਈ ਬਾਹਰ ਕੋਈ ਕੈਲੈਮਿਟੀਜ਼ ਆ ਗਏ, ਕੁਛ ਤੁਹਾਡੇ ਰੀਜ਼ਨਸ ਨੇ, ਦੈਟ ਮੀਨਸ ਜੋ ਕੰਟੀਜੈਂਸੀ ਕੁਛ ਹੋ ਉਹਦੇ ਕਰਕੇ ਸਾਨੂੰ ਇੰਟਰਵਿਊ ਡਿਸਮਿਸ ਕਰਨਾ ਪੈਂਦਾ ਹੈ, ਅਦਰਵਾਈਜ਼ ਸਾਰੇ ਇੰਟਰਵਿਊ ਤੁਹਾਡੇ ਪ੍ਰੀ ਅਰੇਂਜ ਹੁੰਦੇ ਆ। ਦੇਅਰ ਐਟਲੀਸਟ 2 ਪਾਰਟਿਸਿਪੈਂਟਸ ਇਹਦੇ ਵਿੱਚ ਹੋਣਗੇ ਇਵਨ ਵਿੱਚ ਇੰਟਰਵਿਊ ਤੇ ਇੰਟਰਵਿਊ, ਠੀਕ ਹੈ, ਬਟ ਕਈ ਵਾਰ ਕੀ ਹੁੰਦਾ ਹੈ ਇੱਕ ਇੰਟਰਵਿਊ ਹੁੰਦਾ ਹੈ, ਇੰਟਰਵਿਊ ਇੱਕ ਹੋਏਗਾ ਬਟ ਫੇਸਿੰਗ ਮੋਰ ਦੈਨ 1 ਇੰਟਰਵਿਊਜ਼, ਕਈ ਵਾਰ ਕੀ ਹੁੰਦਾ ਪੈਨਲ ਇੰਟਰਵਿਊ ਹੁੰਦੇ ਜਿਹਦੇ ਵਿੱਚ ਇੰਟਰਵਿਊ ਤਾਂ ਬਹੁਤ ਲੋਕ ਲੈਂਦੇ ਨੇ ਤੇ ਜਿਵੇਂ ਆਪਾਂ ਐਗਜ਼ਾਮਪਲ ਲਈ IAS ਆਫਿਸਰ ਅਗਰ ਹੁੰਦਾ ਤਾਂ ਉਹਦੇ ਵਿੱਚ ਕਿੰਨੇ ਪੈਨਲਸ ਆਫ ਪਰਸਨਸ ਬੈਠੇ, ਉਹ ਹਰ ਆਸਪੈਕਟ ਤੋਂ ਕੁਐਸਚਨਸ ਪੁੱਛ ਰਹੇ, ਦੈਟ ਇਜ਼ ਯੋਰ ਉਹ ਵੀ ਇੰਟਰਵਿਊ 'ਚ ਕੀ ਹੁੰਦਾ ਕਿ ਇੱਕ ਕੈਂਡੀਡੇਟ ਹੈ ਔਰ ਨੰਬਰ ਆਫ ਇੰਟਰਵਿਊਜ਼ ਹੈਗੇ ਹੈ, ਠੀਕ ਹੈ। ਨੈਕਸਟ ਕਮਸ ਦੇਅਰ ਇਜ਼ ਕਲੀਅਰ ਐਕਸਚੇਂਜ ਆਫ ਇਨਫੋਰਮੇਸ਼ਨ, ਇਹ ਵੀ ਤੁਹਾਡਾ ਇੱਕ ਐਸੈਂਸ਼ੀਅਲ ਫੀਚਰ ਹੁੰਦਾ ਕਿ ਆਪਾਂ ਜੋ ਵੀ ਇਨਫੋਰਮੇਸ਼ਨ ਹੈ ਉਹ ਕਲੀਅਰਲੀ ਆਪਾਂ ਇਹਦੇ ਵਿੱਚ ਐਕਸਚੇਂਜ ਕਰਦੇ ਹਾਂ। ਨੈਕਸਟ ਕਮਸ ਯਰ ਸਟਰਕਚਰ ਆਫ ਐਨ ਇੰਟਰਵਿਊ, ਫਸਟ ਕੀ ਆ ਗਿਆ ਇਹਦੇ ਵਿੱਚ ਓਪਨਿੰਗ ਪਾਰਟ, ਦੈਟ ਮੀਨਸ ਇੰਟਰੋਡਕਸ਼ਨ ਹੋਏਗੀ, ਇਹਦੇ ਵਿੱਚ ਸਟੇਟਮੈਂਟ ਫॉर द पर्पस ऑफ मीटिंग होएगा, मेकिंग अदर पर्सनस कंफर्टेबल, जो आए उन्हें कंफर्टेबल फील करवाना, ठीक है, क्रिएटिंग एटमॉस्फेयर ऑफ रिलैक्स, ठीक है, ओपन माइंड अप्रोच करो कि जो पर्सन है वो नर्वस ना होवे, एक आप अच्छा इन्वायरमेंट विच क्रिएट कर देना, ठीक है। सो ये थोड़ा आगे ओपनिंग या स्टार्टिंग विच। नैक्सट कम्स मिडल एंड मेन बॉडी, ठीक है, दैट मीनस ये की होंदा है एम ऑफ एक्सचेंज इन्फॉर्मेशन आप किस लिए एम है वो आप करांगे, कीपिंग द डिस्कशन टू द पॉइंट डिस्कशन रखांगे, लिसन अटेंटिवली एंड पेशेंटली, कीप आई कॉन्टैक्ट, दैट मीनस ये सारी चीज़ें की करेगा इंटरव्यू वास्ते है कि ठीक है वो अपना डिस्कशन अच्छी रखेगा, लिसन अटेंटिवली एंड पेशेंटली सुनेगा सब कुछ, आई कॉन्टैक्ट रखेगा, गिव केयरफुली थ्रू आउट आंसर्स, अच्छे तरीके से आंसर दो, मेक श्योर टू कवर द एजेंडा, टेक केयर ऑफ द इंटरप्शन इफ एनी आर, ठीक है, आर पोलाइट, अगर आप इंटरप्शन कर रहे हैं तो पोलाइटली बोलो, रूड हार्श नहीं होना, एंड सी क्लैरिफिकेशन इफ नीडेड, ठीक है, क्लैरिफिकेशन रोड है तो वो भी आप चीज़ देखनी है।
ਲਾਸਟ ਆਉਂਦਾ ਤੁਹਾਡਾ ਕਲੋਜ਼ਿੰਗ, ਇਹਦੇ ਵਿੱਚ ਕੀ ਆ ਗਿਆ, ਸਮਰੀ ਆਫ ਦ ਡਿਸਕਸ਼ਨ ਕਰੋਗੇ, ਡਿਸਕ੍ਰਾਈਬਿੰਗ ਦ ਐਕਸ਼ਨ ਡਿਸਕ੍ਰਾਈਬਡ ਅਪॉन, ਅਵੋਇਡਿੰਗ ਹਰਿਡ ਔਰ ਅਬਰਪਟ ਐਂਡਿੰਗ, ਫਟਾਫਟ ਆਪਾਂ ਐਂਡਿੰਗ ਨਹੀਂ ਕਰਨੀ, ਠੀਕ ਹੈ। ਐਂਡ ਲਾਸਟ ਵਿੱਚ ਆਪਾਂ ਪੋਜ਼ਿਟਿਵ ਨੋਟ ਵਿੱਚ ਥੈਂਕ ਯੂ ਵਗੈरह ਕਹਿ ਕੇ ਉੱਥੋਂ ਉੱਠਣਾ ਹੈ, दैट इज योर क्लोजिंग पार्ट, ठीक है। नेक्स्ट कम्स क्रोनोलॉजी ऑफ द इंटरव्यू, दैट इज योर सीक्वेंस, ਤੁਹਾਡਾ ਕੀ ਸੀਕੁਐਂਸ ਹੋਏਗਾ, दैट इज योर क्रोनोलॉजी ऑफ द इंटरव्यू, ਉਹ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਕਿ ਕੀ ਤੁਹਾਡਾ ਇਹਦੇ ਵਿੱਚ ਸੀਕੁਐਂਸ ਕੀ ਹੋਏਗਾ ਆਪਾਂ ਇੰਟਰਵਿਊ ਕੰਡਕਟ ਕਰਨ ਵਿੱਚ, ਲਿਸਟ ਆਫ ਇਵੈਂਟਸ ਕੀ ਹੈਪਨ ਹੋਣਗੇ, ਇੱਕ ਆਰਡਰ ਵਿੱਚ ਸਭ ਕੁਝ ਹੁੰਦਾ, ਉਹ ਕੀ ਹੋਣਗੇ। ਸੋ ਪਹਿਲੀ ਚੀਜ਼ ਆ ਗਈ ਇੰਟਰੋਡਕਸ਼ਨ, दैट इज ऑफ कैजुअल टॉक ਹੁੰਦੀ, ਉਹ ਸਿਰਫ 2 ਤੋਂ 5 ਮਿੰਟ ਦੀ ਹੋਏਗੀ। ਇੰਟਰੋਡਕਸ਼ਨ, कैजुअल टॉक, स्माइल, हैंडशेक एंड एक्सेट्रा, दैट मीन्स 2 to 5 minutes, ठीक है। यू विल मेक द अदर पर्सन जो इंटरव्यू होएगा उन्हें कंफर्टेबल फील कराओगे, उन्हें बिठाओगे। नेक्स्ट कम्स कैजुअल टॉक, कंपनी इन्फॉर्मेशन, 5 to 10 मिनट्स की कंपनी इन्फॉर्मेशन होएगी। उस तो बाद कैंडिडेट की असैसमेंट होएगी 10 to 30 मिनट्स, वो क्वालिफिकेशंस की, वो अचीवमेंट्स की ने, अगर वो क्वेश्चंस पूछना चाहते वो आएगा। लास्ट में आएगा थोड़ा कंक्लूजन पार्ट, दैट इज योर 3 to 5 मिनट्स। ये ਆਪਾਂ ਇਹ शो करना है, पर्सन शो करेगा कि हाँ मैं इंटरस्टिड हाँ, वो क्वेश्चंस पूछेगा तो लास्ट में जरूर थैंक यू कह के उठेगा। सो नेक्स्ट वेरी इंपॉर्टेंट क्वेश्चन कम्स टाइप्स ऑफ इंटरव्यूज, कितने तरह के इंटरव्यूज होंगे है, दैट विल स्टडी। पहला आ गया थोड़ा एम्प्लॉयमेंट और जॉब इंटरव्यू, दैट इज कोई पर्टिकुलर पर्सन ये पर्पज की है, जो थोड़ा पर्पस है कि आप किसी की कर रहे इंटरव्यू की करेगा, इवैल्यूएट करेगा तो देखेगा कि ऑर्गेनाइजेशन पोस्ट के लिए रिक्वायर्ड है, तो उस अकॉर्डिंग वो करेगा आउटसाइडर्स में रखेगा, ठीक है। जो पोस्ट विच अप्लाई करेंगे अपनी नीड के अकॉर्डिंग वो पर्सनस बुलाएगा, उन्होंने इंटरव्यू कंडक्ट करेगा, उस अकॉर्डिंग ही पर्सन हायर करेंगे, दैट इज एम्प्लॉयमेंट या जॉब इंटरव्यू, दैट इट डिपेंड्स अपॉन द नीड्स ऑफ द ऑर्गेनाइजेशन, जो भी नीड है ऑर्गेनाइजेशन की, जो भी पर्पस है, जो भी उन्हें लगता है कि साढ़े लिए रिप्लेसमेंट पॉसिबल है या आप किसी पर्सन रखना है, तो उस वास्ते आप रखते हैं एम्प्लॉयमेंट और जॉब इंटरव्यू, ठीक है। सो दैट इज एम्प्लॉयमेंट, जो दूसरा नेम है जॉब इंटरव्यू। नेक्स्ट कम्स प्रमोशन इंटरव्यू, प्रमोशन इंटरव्यू इज बेसिकली कि एग्जिस्टिंग पर्सनस विच आप उन्होंने करना है, प्रमोट करना है, ठीक है। बैंक्स विच ही होंगे, एग्जाम्पल के तौर पर अगर आप देखिए जो पर्सन क्लैरिकल लेवल तो लगे, ठीक है, दैट मीनस उन्होंने अगर उन्हें अपने टारगेट्स अचीव कर लिया है, ठीक है, इफ़ यू हैव अचीव्ड द टारगेट्स रिक्वायर्ड, क्या टारगेट्स उन्हें एक साल में अपने फाइनेंशियल अचीव कर लिया, तो नेक्स्ट ईयर या विद इन 2 years वो पर्सन उस रेटिंग के अकॉर्डिंग उनको प्रमोट कर देना, ठीक है। जॉब डेफिनेशन दैट मीनस आप कोई आउटसाइडर्स हायर नहीं किया, ये एग्जिस्टिंग जो इंप्लॉयज़ होंगे उन्होंने ही आप उनकी परफॉर्मेंस के बेस पर उन्होंने प्रमोट करेंगे, दैट इज योर प्रमोशन इंटरव्यू। नेक्स्ट कम्स थर्ड ओरिएंटेशन इंटरव्यू। सो व्हाट इज ओरिएंटेशन इंटरव्यू, कि आप पर्पस की है कि आप जो मेरा न्यू इंप्लॉय आया है, ठीक है, उन्होंने अपने जॉब प्रोफाइल बारे में मैं दसना है, ठीक है। सो पर्पस की करना है, मैं जो न्यू पर्सन रखवाया उन्होंने मैं न्यू इंप्लॉयज़ न्यू इंप्लॉय ने जॉब बारे दसना ते ऑर्गेनाइजेशन बारे दसना, देखिए दैट इज योर पर्पस फॉर दी दिस, ठीक है। पर्पस की मैं ओरिएंटेशन की जो मेरे न्यू इंप्लॉय में हायर किया, ठीक है, वो जॉब बारे दसना है, वो जॉब प्रोफाइल बारे, ऑर्गेनाइजेशन बारे, तो एग्जिस्टिंग इंप्लॉयज़ नाल भी उन्होंने मिलवाऊंगी, दैट इज योर ओरिएंटेशन इंटरव्यू। नेक्स्ट कम्स रेप्रीमांड, रेप्रीमांड मीनस टू स्कोल्ड, स्कोल्ड डांटना किसी को, वार्निंग देनी, दैट इज आप वार्निंग भी कह सकते हैं। जो पर्सन रेप्रीमांड की है कि टू क्रिटिसाइज एनी वन, दैट इज योर फेल, ठीक है, उन्होंने डांटना या क्रिटिसाइज करना बिकॉज उन्हें एक अनडिजायरेबल स्टेटमेंट की कोई काम किया है जो कि ऑर्गेनाइजेशन के अगेंस्ट है, तो वो वास्ते आप पर्सन को वार्न करांगे, ठीक है। सो इसलिए आप क्यों करते हैं, बिकॉज अगर पर्सन ने कोई काम किया है इदा का, ठीक है, जो ऑर्गेनाइजेशन के अगेंस्ट है, सो वो ऑर्गेनाइजेशन की करेगा, नेगेटिव इंपैक्ट पाएगा, ठीक है, बाकी इंप्लॉयज़ को नेगेटिव इंपैक्ट पाएगा। सो आप ये इंटरव्यू इसलिए कंडक्ट करते हैं, मेरा मेन ऑब्जेक्टिव की थ्री फोल्ड एम है, 3 मेरे मेन पॉइंट्स आएंगे। पहली चीज़ कि मैं वर्क परफॉर्मेंस इंप्रूव करना है, दूसरा पॉइंट की कि ये चीज़ दोबारा ना हो, इसलिए मैं एक चीज़ कर दी। थर्ड आता है कि टू प्रोटेक्ट द अदर इंप्लॉयज़, कि ताकि ये चीज़ दूसरे इंप्लॉयज़ ये बिहेवियर इनबिल्ट ना करन, वो ये चीज़ में अडॉप्ट ना करन, तो मैं रेप्रीमांड इंटरव्यू कर दी, पर्सन मैं स्कोल्ड कर दी जो पर्सन कोई अनडिजायरेबल चीज़ या कोई अनडिजायरेबल एक्शन कर रहा है। नेक्स्ट कम्स योर अप्रेजल इंटरव्यू। सो व्हाट इज अप्रेजल इंटरव्यू? अप्रेजल इंटरव्यू इज वन ऑफ द मेथड्स ऑफ पीरियोडिकल असेसमेंट ऑफ
ਇੰਪਲੋਈਜ਼ ਨੇ ਕੀ ਕੰਮ ਕੀਤਾ ਇੱਕ ਪੀਰੀਅਡ ਵਿੱਚ, ਇੱਕ ਸਾਲ ਵਿੱਚ ਜਾਂ 6 ਮੰਥਸ ਵਿੱਚ, ਉਹ ਹੁੰਦਾ ਤੁਹਾਡਾ ਅਪਰੇਜ਼ਲ ਇੰਟਰਵਿਊ। ਸੋ देयर आर अदर मेथड्स लाइक completion of self assessment forms and assessment by supervisors, but annual appraisal interview is the best method। ਕਹਿੰਦੇ ਆਪਾਂ ਦੂਸਰੇ ਮੈਥਡ ਵੀ ਫੋਲੋ ਕਰ ਲੈਣੇ ਕਿ ਸੈਲਫ ਅਸੈਸਮੈਂਟ ਫਾਰਮਸ ਵਗੈਰਾ ਫਿਲ ਕਰ ਲੈਣੇ ਜਾਂ ਅਸੈਸਮੈਂਟ ਸੁਪਰਵਾਈਜ਼ਰਸ ਕਰ ਦੇਣੇ, ਬਟ ਕਹਿੰਦੇ ਅਗਰ ਆਪਾਂ ਪੂਰੇ ਸਾਲ ਦਾ ਜੋ ਅਗਰ ਆਪਾਂ ਦੇਖਦੇ ਆ ਨਾ ਐਨੂਅਲ ਅਪਰੇਜ਼ਲ ਅਗਰ ਕਰੀਏ, ਉਹ ਬੈਸਟ ਮੈਥਡ ਹੈ ਕਿ ਇੰਪਲੋਈਜ਼ ਦੇ ਐਟੀਟਿਊਡਸ ਨੂੰ ਚੈੱਕ ਕਰਨਾ। ਠੀਕ ਹੈ, ਆਪਾਂ ਇਹ ਚੈੱਕ ਕਰ ਲੈਣੇ ਉਹ ਕਿਵੇਂ ਕਿਵੇਂ ਕੰਮ ਕਰ ਰਹੇ ਨੇ ਜਾਂ ਕੀ ਕੁਐਸਚਨ ਕਿਵੇਂ ਆਨਸਰ ਕਰ ਰਹੇ। ਸੋ ਆਲ ਕਮਸ ਇਨ ਯੋਰ ਅਪਰੇਜ਼ਲ ਇੰਟਰਵਿਊ, ਤਾਂ ਕਿ ਆਪਾਂ ਪਰਸਨ ਨੂੰ ਅਗਰ ਲੱਗਦਾ ਹੈ ਕਿ ਕੋਈ ਕੈਰੀਅਰ ਡਿਵੈਲਪਮੈਂਟ ਪਰਸਨ ਨਾਲ ਕਰਨਾ ਹੈ ਤਾਂ ਆਪਾਂ ਕੋਈ ਸ਼ਾਰਟ ਕਮਿੰਗਸ ਆ ਰਹੀਆਂ ਨੇ, ਕੁਛ ਡਿਵੀਏਸ਼ਨਸ ਆ ਰਹੀਆਂ ਤਾਂ ਉਸ ਨੂੰ ਇੰਪਰੂਵ ਕਰ ਪਾਈਏ, ਜਾਂ ਉਹਨੂੰ ਅਗਰ ਅਸੀਂ ਉਹਨੂੰ ਫਰਦਰ ਉਸ ਚੀਜ਼ ਨੂੰ ਇੰਕਰੀਜ਼ ਕਰਨਾ ਹੈ, ਸਟਰੈਂਥਨ ਕਰਨਾ ਹੈ ਜਾਂ ਉਹਨੂੰ ਟ੍ਰੇਨਿੰਗ ਰਿਕੁਆਇਰ ਹੈ, ਤਾਂ ਆਪਾਂ ਉਹ ਅਪਰੇਜ਼ਲ ਇੰਟਰਵਿਊ ਕਰਕੇ ਉਹ ਹਰ ਚੀਜ਼ ਆਪਾਂ ਕਰ ਸਕਦੇ ਹਾਂ। ਨੈਕਸਟ ਕਮਸ ਗ੍ਰੀਵੈਂਸ। ਗ੍ਰੀਵੈਂਸ ਮੀਨਸ ਯੋਰ ਕੰਪਲੇਂਟਸ। ਠੀਕ ਹੈ, ਸੋ ਗ੍ਰੀਵੈਂਸ ਇੰਟਰਵਿਊ ਆਪਾਂ ਓਪਰਚੁਨਿਟੀ ਦੇ ਰਹੇ ਇੰਪਲੋਈਜ਼ ਨੂੰ ਕਿ ਉਹ ਆਪਣੀ ਕੋਈ ਵੀ ਪ੍ਰੋਬਲਮਸ ਨਹੀਂ ਹੈ, ਕੋਈ ਵੀ ਉਹਨੂੰ ਕੰਪਲੇਂਟਸ ਨਹੀਂ, ਉਹ ਆਪਣੀ ਸੁਪਰਵਾਈਜ਼ਰਸ ਆਪਣੇ ਸੀਨੀਅਰਸ ਨਾਲ ਡਿਸਕਸ ਕਰ ਪਾਉਣਾ। ਦੈਟ ਇਜ਼ ਯੋਰ ਗ੍ਰੀਵੈਂਸ ਇੰਟਰਵਿਊ। ਠੀਕ ਹੈ, ਨੈਕਸਟ ਕਮਸ स्ट्रेस इंटरव्यू। सो व्हाट इज स्ट्रेस इंटरव्यू? स्ट्रेस इंटरव्यू का मतलब है कि आप एक कॉमन, ये तो हर इंटरव्यू कॉमन होंगे बिकॉज आप एक परसन ਨੂੰ ਸਟ੍ਰੈਸਫੁਲ ਸਿਚੁਏਸ਼ਨ ਦੇ ਦਿੰਦੇ ਹਾਂ ਕਿ ਪਰਸਨ ਉਸ ਸਿਚੁਏਸ਼ਨ ਵਿੱਚ ਕਿਵੇਂ ਡੀਲ ਕਰੇਗਾ। ਵਨ ਆਫਟਰ ਦੀ ਅਨਦਰ ਆਪਾਂ ਇੱਕ ਸਿਚੁਏਸ਼ਨ ਦੇ ਦਿੰਦੇ ਹਾਂ ਤਾਂ ਕਿ ਉਹ ਪਰਸਨ ਕਿਵੇਂ ਡੀਲ ਕਰੇਗਾ ਉਸ ਸਿਚੁਏਸ਼ਨ ਵਿੱਚ। ਦੈਟ ਇਜ਼ ਸਟ੍ਰੈਸ ਇੰਟਰਵਿਊ। ਜਸਟ ਫॉर एग्जांपल अगर मैं पर्सनल सिचुएशन देवां कि ਤੁਸੀਂ ਆਰਗੇਨਾਈਜੇਸ਼ਨ ਵਿੱਚ ਬਹੁਤ ਜ਼ਿਆਦਾ ਲੋਕ ਵॉक-इन्स ਬਹੁਤ ਜ਼ਿਆਦਾ ਹੋ ਚੁੱਕੇ, ਠੀਕ ਹੈ, ਬਟ ਨਾਲੋਂ ਨਾਲ ਕੀ ਹੋ ਗਿਆ ਉੱਥੇ ਫਾਇਰ ਹੋ ਚੁੱਕੀ, ਫਾਇਰ ਲੱਗ ਜਾਂਦੀ ਹੈ ਜਾਂ ਉੱਥੇ ਇੱਕ ਅਗਰ ਫਾਇਰ ਵੀ ਲੱਗ ਚੁੱਕੀ, ਬਾਹਰ ਤੁਹਾਡੇ ਕੋਈ ਥੈਫਟ ਵੀ ਹੋ ਰਿਹਾ ਉੱਥੇ, ਮਤਲਬ ਇੱਕ ਪਰਸਨ ਚੋਰੀ ਕਰਕੇ ਐਟ ਦ ਗਨ ਪੁਆਇੰਟ ਉਹ ਸਮਾਨ ਵੀ ਲੈ ਕੇ ਦੇ, ਤਾਂ ਉਸ ਸਿਚੁਏਸ਼ਨ 'ਚ ਕਿਵੇਂ ਡੀਲ ਕਰੋਗੇ। ਠੀਕ ਹੈ, ਸੋ ਦੈਟ ਇਜ਼ ਅ ਸਟ੍ਰੈਸ ਇੰਟਰਵਿਊ। ਪਰਸਨ ਨੂੰ ਇੱਕ ਸਟ੍ਰੈਸਫੁਲ ਸਿਚੁਏਸ਼ਨ ਵਿੱਚ ਪਾਤਾ ਕਿ ਉਸ ਸਿਚੁਏਸ਼ਨ ਨੂੰ ਉਹ ਕਿਵੇਂ ਡੀਲ ਕਰੇਗਾ, ਉਹ ਕਿਵੇਂ ਰਿਐਕਟ ਕਰੇਗਾ, ਉਹਦਾ ਬਿਹੇਵੀਅਰ, ਉਹਦਾ ਐਟੀਟਿਊਡ ਕੀ ਹੋਏਗਾ। दैट इज इंक्लूडेड इन स्ट्रेस इंटरव्यू। सो नेक्स्ट कम्स एग्जिट इंटरव्यू, जो आप ऑलरेडी डिस्कस कर लिया कि आप एग्जिट इंटरव्यू ਤਾਂ कंडक्ट करते हैं ताकि सानू पता हो कि जो पर्सन है वो ऑर्गेनाइजेशन छोड़ के क्यों जा रहा है। ठीक है, सो दैट वी कैन नो कि आप अगे जाके एक अच्छा वर्क इन्वायरमेंट क्रिएट कर पाइए या पर्सन जो है जो भी प्रॉब्लम फेस कर रहे हैं, ठीक है, ਉਹਨੂੰ ਕਰੈਕਟ ਕਰ ਪਾਈਏ, ਉਹਨੂੰ ਸਹੀ ਕਰ ਪਾਈਏ ਤਾਂ ਕਿ ਫਰਦਰ ਜੋ ਹੈ ਸਾਨੂੰ ਕੋਈ ਵੀ ਆਰਗੇਨਾਈਜੇਸ਼ਨ ਵਿੱਚ ਫਰਦਰ ਜੋ ਹੈ ਤੁਹਾਡੇ ਐਗਜ਼ਿਟ ਨਾ ਹੋਣ, ਟਰਨਓਵਰ ਜ਼ਿਆਦਾ ਨਾ ਹੋਣ। ਠੀਕ ਹੈ, ਇਸ ਚੀਜ਼ ਨੂੰ, ਇਸ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਆਪਾਂ ਐਗਜ਼ਿਟ ਇੰਟਰਵਿਊ ਕੰਡਕਟ ਕਰਦੇ ਹਾਂ। ਨੈਕਸਟ ਕਮਸ ਯੋਰ ਕਰੈਕਸ਼ਨਲ ਇੰਟਰਵਿਊ। ਸੋ ਵਾਟ ਇਜ਼ ਕਰੈਕਸ਼ਨਲ ਇੰਟਰਵਿਊ? ਜੋ ਪਰਸਨਸ ਨੇ ਹੈ ਤੁਹਾਡੇ ਕੋਈ ਸਟੈਂਡਰਡਸ ਵਗੈਰਾ ਨੂੰ ਪ੍ਰੋਪਰਲੀ ਅਚੀਵ ਨਹੀਂ ਕੀਤਾ ਜਾਂ ਕੋਈ ਮਿਸਟੇਕਸ ਕਰਤੀਆਂ ਨੇ, ਕੋਈ ਪ੍ਰੋਬਲਮਸ ਅਰਾਈਜ਼ ਹੋ ਗਈ, ਤਾਂ ਉਸ ਚੀਜ਼ ਨੂੰ ਕਰੈਕਟ ਕਰਨ ਵਾਸਤੇ ਆਪਾਂ ਉਸ ਪਰਟੀਕੂਲਰ ਕੈਂਡੀਡੇਟ ਦੇ ਨਾਲ ਕੀ ਕਰਦੇ, ਇੰਟਰਵਿਊ ਕੰਡਕਟ ਕਰਦੇ। ਇੰਟਰਵਿਊ ਇਜ਼ ਬੇਸਿਕਲੀ ਯੋਰ ਕਮਿਊਨੀਕੇਸ਼ਨ। ਠੀਕ ਹੈ, ਆਪਾਂ ਪਰਸਨ ਨਾਲ, ਇਹਨਾਂ ਨੇ ਕਮਿਊਨੀਕੇਸ਼ਨ ਦਾ ਨਾਮ ਨਹੀਂ ਦਿੱਤਾ, ਆਪਾਂ ਇਹ ਕਹਿ ਰਹੇ ਕਿ ਉਹ ਇੱਕ ਤਰ੍ਹਾਂ ਆਪਾਂ ਡਿਸਕਸ਼ਨ ਕਰ ਰਹੇ ਹਾਂ ਸੋ ਦੈਟ ਵੀ ਕੈਨ ਨੋ ਉਹ ਪ੍ਰੋਬਲਮ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ, ਉਹਨੂੰ ਆਪਾਂ ਕਰੈਕਟ ਕਰ ਲਈਏ। ਦੈਟ ਇਜ਼ ਯੋਰ ਕਰੈਕਸ਼ਨ ਇੰਟਰਵਿਊ। ਕੋਈ ਵੀ ਇਨਫੋਰਮੇਸ਼ਨ ਲੈਣੀ ਤਾਂ ਆਪਾਂ ਉਹ ਵੀ ਚੀਜ਼ ਲੈ ਸਕਦੇ ਹਾਂ। ਨੈਕਸਟ ਕਮਸ ਯੋਰ ਬਿਹੇਵੀਅਰ ਇੰਟਰਵਿਊ। ਸੋ ਵਾਟ ਇਜ਼ ਬਿਹੇਵੀਅਰ ਇੰਟਰਵਿਊ? ਆਪਾਂ ਇਹਦੇ ਵਿੱਚ ਪਰਸਨ ਜੋ ਕੈਂਡੀਡੇਟ ਦੇ ਬਾਰੇ ਹੈ ਕਿ ਆਪਾਂ ਪਰਸਨ ਦੇ ਕੈਂਡੀਡੇਟ ਦੇ ਬਾਰੇ ਬਿਹੇਵੀਅਰ ਬਾਰੇ ਪੜ੍ਹਦੇ, ਠੀਕ ਹੈ, ਉਹਦਾ ਪ੍ਰੀਵੀਅਸ ਬਿਹੇਵੀਅਰ ਕੀ ਸੀਗਾ ਜਾਂ ਪਰਫੋਰਮੈਂਸ ਪਿਛਲੀ ਕਿਵੇਂ ਸੀਗੀ ਜਾਂ ਹੁਣ ਉਹ ਕਿਵੇਂ ਬਿਹੇਵ ਕਰ ਰਿਹਾ ਹੈ ਤਾਂ ਕਿ ਉਹ ਫਿਊਚਰ 'ਚ ਪਰਫੋਰਮੈਂਸ ਕਿਵੇਂ ਹੋਏਗੀ। ਦੈਟ ਇਜ਼ ਯੋਰ behavior interview। so ਇਹਦੇ ਵਿੱਚ ਕਿੱਦਾਂ ਦੇ ਕਿਹੜੇ ਕੁਐਸਚਨਸ ਆਉਂਦੇ ਹੈ? tell me about a project you worked on where the requirements changed midstream, that what you did। so ਕਹਿੰਦੇ ਇੱਦਾਂ ਦੀ ਕੋਈ ਚੀਜ਼ ਦੱਸੋ, ਐਸਾ ਦਾ ਪ੍ਰੋਜੈਕਟ ਦੱਸੋ ਜਿੱਥੇ ਤੁਸੀਂ ਕੰਮ ਸ਼ੁਰੂ ਕਰਤਾ ਸੀ ਬਟ ਤੁਹਾਨੂੰ ਉਹਦੀ ਰਿਕੁਆਇਰਮੈਂਟਸ ਮਿਡ ਵਿੱਚ ਉਹਦੀ ਅੱਗੇ ਚੇਂਜ ਹੋ ਗਈ ਸੀ, ਫਿਰ ਤੁਸੀਂ ਉਸ ਟਾਈਮ ਕਿਵੇਂ ਕੀਤਾ ਸੀ। ਦੈਟ ਮੀਨਸ ਤੁਸੀਂ ਉਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕੀਤਾ, ਤੁਸੀਂ ਪੈਨਿਕ ਹੋ ਗਏ ਸੀਗੇ ਜਾਂ ਤੁਸੀਂ ਉਹ ਪ੍ਰੋਜੈਕਟ ਛੋੜ ਹੀ ਦਿੱਤਾ, ਦੈਟ ਮੀਨਸ ਤੁਸੀਂ ਬੈਕਆਊਟ ਕਰ ਲਿਆ। ਸੋ ਕਿਵੇਂ ਤੁਸੀਂ ਕੀਤਾ ਸੀ, ਦੈਟ ਮੀਨਸ ਥੋੜਾ ਉਹ ਚੀਜ਼ ਪਰਸਨ ਦਾ ਐਟੀਟਿਊਡ ਬਿਹੇਵੀਅਰ ਬਾਰੇ ਪਤਾ ਲੱਗਦਾ ਕਿ ਉਹ ਕਿਵੇਂ ਡੀਲ ਕਰ ਰਿਹਾ। ਠੀਕ ਹੈ, ਦੂਸਰਾ ਐਗਜ਼ਾਮਪਲ ਇਹ ਹੈ, tell me a short time when you took the lead on a project, what did you do। ਕਹਿੰਦੇ ਐਸਾ ਪ੍ਰੋਜੈਕਟ ਤੁਸੀਂ ਲੀਡ ਕਰ ਰਹੇ ਸੀਗੇ, ਤੁਹਾਡੇ ਤੁਸੀਂ ਇੱਕ ਲੀਡਿੰਗ ਪਰਸਨ ਸੀਗੇ ਉਸ ਚੀਜ਼ ਦੇ, ਤੁਸੀਂ ਉਸ ਟਾਈਮ ਕੀ ਕੀਤਾ ਸੀ। ਠੀਕ ਹੈ, ਸੋ ਜਾਂ ਡਿਸਕ੍ਰਾਈਬ ਦ ਵਰਸਟ ਪ੍ਰੋਜੈਕਟ ਯੂ ਵਰਕਡ ਔਨ, ਕਿਵੇਂ ਦਾ ਵਰਸਟ ਪ੍ਰੋਜੈਕਟ ਸੀਗਾ। ਦੈਟ ਮੀਨਸ ਆਪਾਂ ਪਰਸਨ ਦੇ ਬਿਹੇਵੀਅਰ ਬਾਰੇ, ਐਟੀਟਿਊਡ ਬਾਰੇ ਪੜ੍ਹ ਰਹੇ ਹਾਂ। ਦੈਟ ਇਜ਼ ਨੈਕਸਟ ਯੋਰ ਇਨਫੋਰਮੇਸ਼ਨ ਇੰਟਰਵਿਊ। ਸੋ ਵਾਟ ਇਜ਼ ਇਨਫੋਰਮੇਸ਼ਨ ਇੰਟਰਵਿਊ ਦਾ ਮਤਲਬ ਹੈ ਕਿ ਆਪਾਂ ਕਿਸੇ ਵੀ ਚੀਜ਼ ਬਾਰੇ ਇਨਫੋਰਮੇਸ਼ਨ ਲੈਣੀ ਹੈ। ਠੀਕ ਹੈ, ਕੋਈ ਵੀ ਪਰਸਨ ਤੋਂ ਮੈਂ ਇਨਫੋਰਮੇਸ਼ਨ ਲੈ ਰਹੀ ਹਾਂ ਜਾਂ ਮੈਂ ਕਿਸੇ ਕੈਂਡੀਡੇਟ ਤੋਂ ਇਨਫੋਰਮੇਸ਼ਨ ਲੈਣੀ ਕਿਸੇ ਥਰਡ ਪਾਰਟੀ ਦੀ, ਦੈਟ ਮੀਨਸ ਯੋਰ ਇਨਫੋਰਮੇਸ਼ਨ ਇੰਟਰਵਿਊ। ਜਾਂ ਮੈਂ ਆਰਗੇਨਾਈਜੇਸ਼ਨ ਵਿਦਨ ਹੀ ਇੰਪਲੋਈਜ਼ ਤੋਂ, ਠੀਕ ਹੈ, ਏ ਇੰਪਲੋਈ ਤੋਂ ਮੈਂ ਬੀ ਇੰਪਲੋਈ ਦੀ ਇਨਫੋਰਮੇਸ਼ਨ ਲੈਣੀ, ਦੈਟ ਇਜ਼ ਯੋਰ ਇਨਫੋਰਮੇਸ਼ਨ ਇੰਟਰਵਿਊ। ਠੀਕ ਹੈ, ਦੈਟ ਮੀਨਸ ਮੈਂ ਕਿਸੇ ਤਰ੍ਹਾਂ ਦੇ ਵੀ ਇੰਟਰਵਿਊ ਲੈ ਸਕਦੀ ਹਾਂ ਇਨਫੋਰਮੇਸ਼ਨ, ਬਟ ਮੈਂ ਕਿਸੇ ਤੋਂ ਇਨਫੋਰਮੇਸ਼ਨ ਗੈਦਰ ਕਰ ਰਹੀ ਹਾਂ, ਠੀਕ ਹੈ, ਫॉर द ऑर्गेनाइजेशन या कोई और पर्सन वास्ते। दैट इज इन्फॉर्मेशन इंटरव्यू। नेक्स्ट कम्स योर केस इंटरव्यू। सो व्हाट इज केस इंटरव्यू? A case interview is a job interview in which the applicant is given a questions
सिचुएशंस या प्रॉब्लम या चैलेंज एंड आस्क टू रिजॉल्व द सिचुएशन। दैट मीन्स एक मैंने केस स्टडी देती है, ठीक है। केस स्टडी में की कोई भी क्वेश्चन देता, कोई भी सिचुएशन देती जिन्होंने प्रॉब्लम भी कह लेनी है या चैलेंजिंग टास्क कहता और वो सबसे बाद कहने की सिचुएशन सॉल्व कर। दैट इज योर केस इंटरव्यू। दैट मीन्स मैं कोई सिचुएशन या मैं कोई क्वेश्चन या कोई प्रॉब्लम देती पर्सन उस प्रॉब्लम में जो किवें डील करेगा, दैट इज योर केस इंटरव्यू। एग्जाम्पल तौर पर मैं सिचुएशन देती कि एक पर्टिकुलर पर्सन, बैंक की एग्जाम्पल देने पर बैंक की एग्जाम्पल लेने कि एक पर्टिकुलर पर्सन मेरे को बैठा है, बहुत ही फ्रस्ट्रेटेड है, बहुत ही टेंस्ड है, जस्ट बिकॉज ऑफ द फंड्स रिलीज नहीं हो रहे हैं, किसी फंड्स नहीं मिल रहे, ठीक है। ऑन द सेम साइड, ठीक है, एक दूसरा पर्सन फड़ा आ रहे, वो भी बहुत पैनिक है, वो पर्सन भी कह रहे कि मेरा हुणे ही काम करो बिकॉज मैं बहुत डेज तो इतों मैं बहुत दिन तो ट्राई कर करने वास्ते। दैट मीनस उस सिचुएशन में की होएगा वो केस उस सिचुएशन में दोनों तुसी अपने कस्टमर्स को किवें डील करोगे, किवें हैंडल करोगे, दैट इज योर केस इंटरव्यू, ठीक है। सिचुएशन में देती उस सिचुएशन से किवें डील करोगे, कि तुसी एटीट्यूड अपना अपनाओगे, दैट इज योर केस इंटरव्यू, ठीक है। नेक्स्ट कम्स योर स्ट्रक्चर्ड, सेमी स्ट्रक्चर्ड एंड अनस्ट्रक्चर्ड इंटरव्यू। सो स्ट्रक्चर तो नेम तो क्लियर हो रहा है कि मेरे प्री अरेंज सैट ऑफ क्वेश्चन है, दैट इज अ स्ट्रक्चर्ड इंटरव्यू, ठीक है। ये मैंने पता है मैं किस तरह के क्वेश्चन पूछने हैं, प्री अरेंज क्वेश्चन सैट ऑफ क्वेश्चन मेरे को पई है, मैं पूछी जाना देख देख के, दैट इज अ स्ट्रक्चर, ठीक है। एक स्ट्रक्चर्ड फॉर्म है ये कि यही क्वेश्चन पूछने हैं अपने कैंडिडेट तो। दूसरा अंदर सेमी स्ट्रक्चर, दैट मीन्स थोड़े बहुत क्वेश्चन रेडी नहीं, बाकी मैं अपने कैंडिडेट के रिस्पॉन्स के अकॉर्डिंग क्वेश्चंस पूछूंगा, दैट इज योर सेमी स्ट्रक्चर्ड। एंड लास्ट कम जो अनस्ट्रक्चर्ड, दैट मीन्स ਇਹਦੇ ਵਿੱਚ कोई क्वेश्चंस तैयार नहीं है, ठीक है। जस्ट मेरे को कैंडिडेट आया, ठीक है, ਉਹਦੇ ਵਿੱਚ मैं इंटरव्यू ਦੇ एटीट्यूड देखा, ਉਹਦਾ बिहेवियर देखो किवें बोल रहा है, कॉन्फिडेंस लेवल देखो, उस तो बाद में उन्होंने क्वेश्चंस पूछने शुरू किए, दैट इज योर अनस्ट्रक्चर्ड इंटरव्यू, ठीक है। लास्ट कम्स योर पैनल इंटरव्यू। सो व्हाट इज पैनल इंटरव्यू? पैनल इंटरव्यू इज बेसिकली ਇਹਦੇ ਵਿੱਚ ग्रुप ऑफ इंटरव्यूअर्स होंगे, ERS, दैट मीन्स पूछने वाले जो पर्सनस बैठे ने वो बहुत ज़्यादा ने और जो आंसर कर रहे हो एक ही बैठे। जिवें आप एग्जाम्पल इसमें पहला IAS थी, ठीक है। IAS ऑफिसर ਦੇ ਵਿੱਚ ਕੀ ਹੁੰਦਾ ਜਦੋਂ सिलेक्शन होंगी है तो बहुत ज़्यादा पैनल बैठा होंगे, वो सारे अपने अपनी फील्ड के अपने अपनी स्पैशलाइजेशन अकॉर्डिंग क्वेश्चंस पूछते हैं, दैट इज़ योर पैनल इंटरव्यू। इंटरव्यू देने वाला एक है बट पूछने वाले क्वेश्चंस बहुत ज़्यादा ने, दैट इज़ योर पैनल इंटरव्यू। नेक्स्ट कम्स योर प्रॉब्लम इंटरव्यू, दैट मीन्स पर्सन नेम तो क्लियर हो रहे हैं, मैं प्रॉब्लम देती सिचुएशन देती उस अकॉर्डिंग पर्सन की में डील करेगा, दैट इज़ योर प्रॉब्लम इंटरव्यू। नेक्स्ट कम्स योर ग्रुप इंटरव्यू, इट इज़ जस्ट ऑपोजिट ऑफ पैनल इंटरव्यू। पैनल इंटरव्यू की होंगे पूछने वाले बहुत ज़्यादा ने, देने वाला एक है, ये पूछने वाला एक है और इंटरव्यू देने वाले बहुत ज़्यादा, दैट इज़ योर ग्रुप इंटरव्यू, ठीक है। जिवें आप GDs भी करवा देने एक तरह की, ठीक है, एक तरह वो भी पार्ट होंगे इंटरव्यू का कि जो इंटरव्यू दे रहे हैं किवें बोल रहे हैं, उन्होंने पार्टिसिपेशन लेवल की है, दैट इज़ योर ग्रुप इंटरव्यू, ठीक है। नेक्स्ट कम स्क्रीनिंग इंटरव्यू। स्क्रीनिंग इंटरव्यू बेसिकली की होंगे आप टेलीफोन से इंटरव्यू ले रहे हैं या यूजली आप की कर रहे हैं टेलीफोन तो भी हो सकता है, या मेरे सामने एक कैंडिडेट बैठा है और रिज्यूमे मेरे हाथ में है, मैं जस्ट ਉਹਦੀ ਕੁਆਲੀਫਿਕੇਸ਼ਨ ਰਿਜ਼ਿਊਮੇ ਨੂੰ ਸਕਰੀਨ ਆਊਟ ਕਰ ਰਹੀ ਹਾਂ, ਜਿਵੇਂ ਜਿਵੇਂ ਉਹਨੇ ਆਪਣੇ ਪਾਰਟਿਕੂਲਰਸ ਮੈਂਸ਼ਨ ਕੀਤੇ ਉਸ ਅਕੋਰਡਿੰਗ ਮੈਂ ਕੁਐਸਚਨਸ ਪੁੱਛ ਰਹੀ ਹਾਂ, दैट इज़ योर स्क्रीनिंग इंटरव्यू। नैक्सट कम्स वॉक इन इंटरव्यू। नेम तो सबने सुनिया ही होएगा कि कोई प्री सैट मैं रिज्यूमे पहला किसी को दिता नहीं होया, जस्ट मैंने पता लगा कि इस ऑर्गेनाइजेशन वॉक इन इंटरव्यूज हो रहे थे, जो इंटरस्टेड क्वालिफिकेशन के अकॉर्डिंग है, जो इंटरस्टेड स्टूडेंट्स होंगे, कैंडिडेट्स होंगे, वो ऑर्गेनाइजेशन जाके अपनी इंटरव्यू जाके दे देंगे। नैक्सट कम्स मॉक इंटरव्यू। सो व्हाट इज मॉक इंटरव्यूज? बेसिकली आप यूजली स्कूल कॉलेजेस में देखे होगा सारे मॉक वाइवास होंगे, दैट इज जस्ट बिफोर द फाइनल वाइवा आप एक टीचर्स ने रिहर्सल थोड़ी करवानी, तुहानू किवें दे क्वेश्चन पूछ सकते हैं। सो मॉक इंटरव्यूज भी यही होंगे है कि मॉक इंटरव्यूज से जो थोड़ी जॉब देख रही है, यूजली कॉलेज में होंगे कि कॉलेज तो बाद तुसीं अपने जॉब्स लिए अप्लाई करते हो, कॉलेज तुहानू चीज़ प्रैक्टिस करवा देंगे ने कि किस तरह के क्वेश्चन पूछ सकते हैं, दैट इज योर मॉक इंटरव्यू। एक तरह थोड़ा एक तरह की प्रैक्टिस इंटरव्यू हो गया। नैक्सट योर टेलीफोन इंटरव्यू सीखे, दैट इज इट इज क्लियर फ्रॉम द नेम ओनली। आप रिक्रूटमेंट अगर कर रहे हैं तो आप टेलीफोन तो कर रहे पर्सन फोन से आप डिस्कशन कर लिया और वे ऑफ आंसर्स देख के आप पर्सन को रख दें, दैट इज योर टेलीफोन इंटरव्यूज। नैक्सट कम्स योर टेक्निकल इंटरव्यूज, दैट इज इस पर्सन को टेक्निकल नॉलेज कितनी है, ठीक है, दैट इज़ योर टेक्निकल इंटरव्यू, ठीक है। अगर मैं बोलना थानू प्रोग्रामिंग की कितनी नॉलेज है या थानू IT की की नॉलेज है, यूजली आप टेक्निकल टूल्स बारे आप की यूज़ किए हैं या सानू लैंग्वेज बारे कितना पता है या IT दी स्ट्रेंथ्स वगैरह के बारे में सब कुछ आप टेक्निकल नॉलेज बारे आप पढ़ते हैं। नैक्सट कम्स लास्ट योर पर्सनैलिटी इंटरव्यू। सो व्हाट इज पर्सनैलिटी इंटरव्यू? पर्सनैलिटी इज बेसिकली कि आप कोई पर्टिकुलर सिचुएशन हो, जो पर्टिकुलर प्रॉब्लम आती है, पर्टिकुलर कोई
ਟੈਕਲ ਕਿਵੇਂ ਕਰਾਂਗੇ ਸਿਚੁਏਸ਼ਨ ਨੂੰ, ਤੁਹਾਡੇ ਕਿਵੇਂ ਤੁਸੀਂ ਚੀਜ਼ ਨੂੰ ਪੋਜ਼ਿਟਿਵਲੀ ਲੈ ਰਹੇ ਹੋ ਕਿ ਨੈਗੇਟਿਵਲੀ ਲੈ ਰਹੇ ਹੋ, ਦੈਟ ਇਜ਼ ਯੋਰ personality interview. So these are the 22 types of interviews we have already discussed. So next comes preparation for the interview. ठीक है, आप इंटरव्यू वास्ते प्रिपेयर करना है तो आप किवें करांगे। पहली चीज़ सैल्फ असैसमेंट, अपने बारे ਤੁਹਾਨੂੰ सब कुछ पता होना चाहिए। ठीक है, ਤੁਹਾਡੀ करंट स्किल्स किन्नियां ने, ਤੁਹਾਡੇ टैलेंट्स किन्ने ने, ਤੁਹਾਡੀ एबिलिटीज़ किन्नी, ਤੁਹਾਡੀ स्ट्रेंथ, ਤੁਹਾਡੀ वीकनेस, ਤੁਹਾਡੇ इंटरस्ट एंड वर्क वैल्यू सब कुछ ਤੁਸੀਂ अपना की करोगे ਇਹਦੇ ਵਿੱਚ डिस्कस करोगे। तो अपने बारे सैल्फ असैस तुसीं करना कि मेरा ਇਹਦੇ ਵਿੱਚ ਕੀ अपनी सैल्फ असैसमेंट ਤੁਹਾਨੂੰ अपने बारे सारा कुछ पता होना चाहिए। दूसरा आंदा ਤੁਹਾਡਾ ਇਹਦੇ ਵਿੱਚ दूसरा ਤੁਹਾਡਾ ਇਹਦੇ ਵਿੱਚ ਆਂਦਾ ट्रैक एंड लीवरेज योर अकम्पलिशमेंट्स। ठीक है, दैट मीनस ਤੁਸੀਂ ਇਹਦੇ ਵਿੱਚ ਕੀ ਅਚੀਵ ਕੀਤਾ ਹੈ। ठीक है, ਤੁਸੀਂ ਤੁਹਾਡੀ को करिकुलर एक्टिविटीज़ की पार्टिसिपेशन सीगी या तुसी कोई अवार्ड्स वगैरह जीते हैं, तुसी कोई कॉलेज कलर जीते हैं, तो अकम्पलिशमेंट तो अचीवमेंट्स की हो गई अकैडमिक्स विच कुछ भी हो सकती है। यू हैव टू मैंशन योर अकम्पलिशमेंट्स। ठीक है, थर्ड पॉइंट कम्स अपडेटिंग योर रिज्यूमे। ऑब्वियसली आप अपने कॉलेज टाइम स्टार्टिंग तो ही करते हैं विद इन ग्रैजुएशन या आप कर रहे हैं परस्यू कर रहे हैं या आप अपना रिज्यूमे बना लेंगे। ठीक है, जिमें जिमें थोड़े क्लासेस ओवर होंगी स्टडीज़ ओवर होंगी वी हैव टू अपडेट दैट रिज्यूमे। नेक्स्ट कम्स रीअसैसिंग योर रिज्यूमे। ठीक है, दैट नेक्स्ट कम्स कि आप अपने रिज्यूमे की करना है रीअसैसमेंट करने की, आप चेक कर दिया जाना है। ठीक है, सो वाई आर यू इंटरेस्टेड टू दिस फील्ड या वाई आर यू इंटरेस्टेड इन दिस कंपनी या वाई आर यू इंटरेस्टेड इन दिस पोजिशन, वी हैव टू मैंशन। ठीक है, सो नेक्स्ट प्रिपेयर क्वेश्चंस टू आस्क, अपने क्वेश्चन जरूर पूछो बट ये कि अपने अपने सारे वगैरह नहीं पूछनी होंगी। बाकी अगर कोई भी थोड़ी क्वेरी है कि मेरी जॉब पोजीशन की हो सकती है, मैं की जॉब रोल प्ले करना है, दैट वी हैव टू डिस्कस। ठीक है, नेक्स्ट कम्स फॉलोअप। ठीक है, अपने जरूर फॉलोअप लो, थैंक यू जरूर बोलो, जरूर पूछो, दसो कि मैं जॉब इंटरेस्टेड हाँ तो मेरा कब तक मैंने रिवर्ट बैक ਇਹਦਾ आ जाएगा। यू शुड हैव टू टेक दिस फॉलो अप। ठीक है, सो दीज आर दी factors that you have to consider while preparing for your interview.